सो हैलो एवरीवन, किवें हो सारे जने। होप तुसीं सारे चंगे होंगे। सो मैं तुहाडे लई लैके आई एक न्यू व्लॉग। ਤਾਂ ਫਿਰ ਅਸੀਂ ਜਾ ਰਹੇ ਸੀਗੇ ਘੁੰਮਣ ਵਾਸਤੇ ਕਿਤੇ। ਮੈਂ ਪਿਛਲੇ ਦਿਨ ਐਗਜ਼ਾਮਸ ਕਰਕੇ ਬਹੁਤ ਜ਼ਿਆਦਾ ਮਤਲਬ ਡਰੇਨ ਹੋ ਚੁੱਕੀ ਹਾਂ। ਇੰਨਾ ਜ਼ਿਆਦਾ ਮਤਲਬ ਐਗਜ਼ਾਮਸ ਦਾ ਪ੍ਰੈਸ਼ਰ ਸੀਗਾ। ਸੋ ਉਸ ਪ੍ਰੈਸ਼ਰ ਨੂੰ ਰਿਲੀਜ਼ ਕਰਨ ਦੇ ਲਈ ਆਪਾਂ ਘੁੰਮਣ ਵਾਸਤੇ ਨਿਕਲ ਗਏ। ਜਿੱਥੇ ਆਪਾਂ ਜਾ ਰਹੇ ਹਾਂ ਉਸ ਜਗ੍ਹਾ ਦਾ ਜਾਣ ਦਾ ਪਲਾਨ ਬਹੁਤ ਟਾਈਮ ਤੋਂ ਬਣ ਰਿਹਾ ਸੀਗਾ ਸਾਡਾ, ਬਟ ਕੁਛ ਨਾ ਕੁਛ ਕਰਕੇ ਨਾ ਜਾ ਹੀ ਨਹੀਂ ਹੋ ਰਿਹਾ ਸੀਗਾ। ਅਸੀਂ ਜਾ ਰਹੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਐਂਡ ਮੈਂ ਇੰਨੀ ਜ਼ਿਆਦਾ ਐਕਸਾਈਟਿਡ ਹਾਂ ਨਾ। ਅਤੇ ਆਪਾਂ ਜਲਦੀ ਕਰਨ ਦੇ ਵਿੱਚ ਮਤਲਬ ਬ੍ਰੇਕਫਾਸਟ ਵੀ ਭੁੱਲ ਗਏ, ਤਾਂ ਬ੍ਰੇਕਫਾਸਟ ਵੀ ਆਪਾਂ ਸਕਿਪ ਕਰਤਾ ਸੀਗਾ। ਸੋ ਮੰਮਾ ਹਲਕਾ ਫੁਲਕਾ ਬਿਸਕਿਟਸ ਵਗੈਰਾ ਲੈ ਆਏ ਸੀਗੇ। ਫਿਰ ਆਪਾਂ ਤੁਰਦੇ ਸੀਗੇ। ਬਟ ਤੁਹਾਨੂੰ ਦੱਸਾਂ ਗਾਈਸ, ਜਦੋਂ ਵੀ ਮਤਲਬ ਹਰਿਮੰਦਰ ਸਾਹਿਬ ਜਾਣਾ ਹੁੰਦਾ ਜਾਂ ਹੋਰ ਵੀ ਕਿਸੇ ਗੁਰਦੁਆਰੇ ਜਾਣਾ ਹੁੰਦਾ ਨਾ, ਤਾਂ ਮਤਲਬ ਇੱਕ ਅਲੱਗ ਹੀ ਸ਼ਾਂਤੀ ਹੁੰਦੀ ਹੈ ਦਿਲ ਵਿੱਚ ਕਿ ਚੱਲ ਆਪਾਂ ਗੁਰੂ ਘਰ ਚੱਲੇ ਹਾਂ ਅਤੇ ਇੱਕ ਲਾਈਕ ਵਧੀਆ ਫੀਲਿੰਗ ਹੋਊਗੀ। ਦੈਨ ਫਿਰ ਆਪਾਂ ਜਾਂਦੇ ਸਾਨੂੰ ਭੁੱਖ ਲੱਗ ਗਈ ਅਤੇ ਫਿਰ ਆਪਾਂ ਨਾਨ ਵਾਲੀ ਰੇਹੜੀ ਦੇ ਕੋਲ ਗੱਡੀ ਰੋਕ ਲਈ ਅਤੇ ਆਪਾਂ ਆਪਣੇ ਨਾਨ ਇੰਜੋਏ ਕੀਤੇ ਅਤੇ ਬੜੇ ਹੀ ਸਵਾਦ ਸੀਗੇ। ਸਾਨੂੰ ਬੜਾ ਹੀ ਵਧੀਆ ਲੱਗਾ। ਅਸੀਂ ਜਦੋਂ ਵੀ ਕਰਤਾਰਪੁਰ ਵਾਲੇ ਪਾਸੇ ਜਾਂਦੇ ਹੁੰਦੇ ਨਾ, ਅਤੇ ਆਹ ਨਾਨ ਦੀ ਰੇਹੜੀ ਇੱਥੇ ਪੱਕੀ ਆ ਗਾਈਜ਼। ਇੱਥੇ ਹਮੇਸ਼ਾ ਹੀ ਅਸੀਂ ਰੁਕਦੇ ਹੁੰਦੇ ਹਾਂ, ਹਮੇਸ਼ਾ ਨਾਨ ਇੰਜੋਏ ਕਰਦੇ ਹੁੰਦੇ ਹਾਂ। ਬੜਾ ਹੀ ਰਸ਼ ਹੁੰਦਾ ਇੱਥੇ। ਵੈਸੇ ਵੀ ਉੱਦਾਂ ਵੀ ਲੋਕ ਬੜੇ ਖਾ ਕੇ ਜਾਂਦੇ ਆ। ਵੇਖੋ ਜਾਪੇ ਦਿਸੇ ਦੂਰ, ਕਈ ਗਾਇਨ ਕਰਦੇ ਹਨ ਕਿ ਪਰਮਾਤਮਾ ਬਹੁਤ ਹੀ ਦੂਰ ਹੈ। ਕੋਈ ਗਾਇਨ ਕਰਦੇ ਹਨ ਕਿ ਉਹ ਹਾਜ਼ਰ ਨਾਜ਼ਰ ਵੇਖਦਾ ਹੈ। ਤਨਾ ਕਥੀ ਨਾ ਆਵੇ ਤੋੜ, ਉਸ ਪਰਮਾਤਮਾ ਦੇ ਗੁਣਾਂ ਦਾ ਬਿਆਨ ਵੀ ਮੁੱਕਦਾ ਨਹੀਂ। ਕਥ ਕਥੀ ਕੋਟਿ ਕੋਟ ਕੋ, ਕਰੋੜਾਂ ਲੋਕਾਂ ਨੇ ਆਖ ਕੇ ਰੱਖਿਆ ਹੈ, ਦੇਂਦਾ ਦੇ ਲੈਂਦੇ ਤੱਕ ਪਾਏ। ਇਹ ਦੇਣ ਵਾਲਾ ਦੇਈ ਜਾ ਰਿਹਾ ਹੈ, ਪਰੰਤੂ ਲੈ ਲੈ ਕੇ ਜੰਤਰ ਖਾਏ ਗੱਡੀ। ਸੋ ਗਾਈਸ, ਫਿਰ ਮੈਂ ਵੀ ਫਾਈਨਲੀ ਆਪਣੀ ਫਸਟ ਬਾਈਟ ਲਈ ਆਪਣੇ ਨਾਨ ਦੀ ਜਿਹੜਾ ਮੈਨੂੰ ਮਿਲਿਆ ਸੀਗਾ। ਸੋ ਇੰਨਾ ਕੁ ਜ਼ਿਆਦਾ ਸਵਾਦ ਸੀਗਾ ਨਾ, ਮਤਲਬ ਇੱਕ ਗਰਮ ਨਾਨ, ਵਾਹਿਗੁਰੂ ਇੰਨਾ ਜ਼ਿਆਦਾ ਸਵਾਦ ਹੁੰਦੇ ਨਾ ਨਾਨ। ਮਤਲਬ ਸਾਡੀ ਫੈਮਿਲੀ ਨੂੰ ਸਾਰਿਆਂ ਨੂੰ ਬੜੇ ਪਸੰਦ ਆ। ਮੀਨਵਾਈਲ ਫਿਰ ਆਪਾਂ ਨਾ ਮਤਲਬ ਸਾਡੇ ਨਾ ਟਾਇਰ ਦੇ ਕੋਲ ਇੱਧਰਲੇ ਪਾਸੇ ਹਵਾ ਘੱਟ ਸੀਗੀ ਅਤੇ ਫਿਰ ਆਪਾਂ ਨਿਕਲ ਗਏ ਅਤੇ ਬਿਆਸ ਦਰਿਆ ਦੇਖਿਆ। ਬੜਾ ਹੀ ਚੰਗਾ ਲੱਗ ਰਿਹਾ ਸੀਗਾ ਕਿਉਂਕਿ ਹੁਣ ਪਾਣੀ ਬਹੁਤ ਭਰ ਗਿਆ। ਪਿਛਲੀ ਵਾਰੀ ਆਪਾਂ ਆਏ ਸੀ ਜਦੋਂ ਪਾਣੀ ਇੰਨਾ ਖਾਸ ਨਹੀਂ ਸੀਗਾ। ਤਾਂ ਫਿਰ ਅਸੀਂ ਤੁਰ ਪਏ ਅਤੇ ਅਸੀਂ ਜਾਂਦੇ ਫਿਰ ਅਸੀਂ ਅੰਮ੍ਰਿਤਸਰ ਫਾਈਨਲੀ ਪਹੁੰਚ ਗਏ ਸੀਗੇ। ਬੜਾ ਹੀ ਲਾਈਕ ਇੱਕ ਵਧੀਆ ਫੀਲ ਆ ਰਿਹਾ ਸੀ। ਚਲੋ ਹੁਣ ਆਪਾਂ ਪਹੁੰਚ ਗਏ ਹਾਂ, ਭਾਵੇਂ ਆਪਾਂ ਲੇਟ ਤੁਰੇ ਸੀਗੇ। ਅਤੇ ਆਪਾਂ ਜਦੋਂ ਪਹੁੰਚੇ ਐਂਡ ਦੈਨ ਫਿਰ ਇੱਕ ਨਾ ਮਤਲਬ ਇੱਦਾਂ ਲੱਗਦਾ ਜਿੱਦਾਂ ਆਪਾਂ ਅਲੱਗ ਹੀ ਜਗ੍ਹਾ ਆ ਗਏ ਹਾਂ, ਅਲੱਗ ਹੀ ਦੁਨੀਆ ਵਿੱਚ ਆ ਗਏ ਹਾਂ ਜਦੋਂ ਆਪਾਂ ਅੰਮ੍ਰਿਤਸਰ ਜਾਈਦਾ ਆ। ਅਸੀਂ ਪਾਰਕਿੰਗ ਵਿੱਚ ਫਟਾਫਟ ਆਪਣੀ ਗੱਡੀ ਪਾਰਕ ਕੀਤੀ ਐਂਡ ਬੱਚਿਆਂ ਦੇ ਵਾਸਤੇ ਬੜੇ ਸੋਹਣੇ ਛੋਟੇ ਖਿਡੌਣੇ ਸੀਗੇ, ਮੈਂ ਦੇਖਦੀ ਸੀਗੀ। ਐਂਡ ਫਿਰ ਆਪਾਂ ਗੱਡੀ ਨੂੰ ਕੀਤਾ ਪਾਰਕ ਐਂਡ ਆਪਾਂ ਸਾਰੇ ਜਣੇ ਨਿਕਲ ਪਏ ਦਰਸ਼ਨ ਕਰਨ। ਆਪਾਂ ਦੇਖਿਆ ਬਈ ਕੋਈ ਖਾਸ ਇੰਨਾ ਰਸ਼ ਸੀਗਾ ਨਹੀਂ ਕਿਉਂਕਿ ਆਪਾਂ ਥਰਸਡੇ ਵਾਲੇ ਦਿਨ ਗਏ ਸੀਗੇ। ਸੋ ਵਧੀਆ ਸੀਗਾ। ਮੰਮਾ ਨੇ ਕੈਨੀ ਲੈ ਲਈ ਹੈ, ਅੰਮ੍ਰਿਤ ਪਵਾਉਣਾ ਆਇਆ ਸੀ ਅੰਦਰੋਂ। ਤਾਂ ਫਿਰ ਮਤਲਬ ਜਦੋਂ ਬੰਦਾ ਨਾ ਸੰਡੇ ਨੂੰ ਜਾਂਦਾ ਆ ਉਦੋਂ ਕੁਛ ਜ਼ਿਆਦਾ ਹੀ ਰਸ਼ ਹੁੰਦਾ ਆ। ਅਸੀਂ ਥਰਸਡੇ ਨੂੰ ਤਾਂ ਸੋਚਿਆ ਕਿ ਆਪਾਂ ਚਲੋ ਥਰਸਡੇ ਨੂੰ ਜਾ ਆਉਂਦੇ ਹਾਂ ਅਤੇ ਖੁੱਲ੍ਹੇ ਦਰਸ਼ਨ ਹੋ ਜੂਗੇ ਆਪਾਂ, ਕਿਉਂਕਿ ਲੇਟ ਵੀ ਹੋ ਗਏ ਸੀਗੇ ਬਹੁਤ। ਅਤੇ ਆਪਾਂ ਜਦੋਂ ਜਾ ਰਹੇ ਸੀ ਐਂਡ ਫਿਰ ਮੈਂ ਚੁੰਨੀ ਲੈ ਲਈ ਸੀਗੀ ਬਿਕੋਜ਼ ਓਬਵੀਅਸ ਜਿਹੀ ਗੱਲ ਹੈ, ਜੇ ਗੁਰੂ ਘਰ ਜਾ ਰਹੇ ਮਰਿਆਦਾ ਵਿੱਚ ਰਹਿਣਾ ਜ਼ਰੂਰੀ ਹੈ। ਭਾਵੇਂ ਤੁਸੀਂ ਜੀਨ ਟੋਪ ਪਾਓ, ਜੋ ਮਰਜ਼ੀ ਪਾਓ, ਉਹ ਐਵੇਂ ਨਹੀਂ ਰੋਕਦੇ ਹੈਗੇ, ਬਟ ਹੈ ਨਾ ਤੁਹਾਨੂੰ ਥੋੜ੍ਹਾ ਬਹੁਤ ਮਰਿਆਦਾ ਪਾਲਣ ਕਰਨਾ ਹੀ ਪੈਣਾ ਆ। ਫਿਰ ਮਤਲਬ ਮੈਨੂੰ ਇੰਨੀ ਕੁ ਜ਼ਿਆਦਾ ਖੁਸ਼ੀ ਸੀਗੀ ਕਿਉਂਕਿ ਮੈਂ ਹੀ ਪਲਾਨ ਦਾ ਕਦੋਂ ਦਾ ਸੋਚ ਰਹੀ ਸੀ। ਮੈਂ ਕਹਿੰਦੀ ਸੀ ਡੈਡੀ ਚਲੋ। ਅਸੀਂ ਜਦੋਂ ਜਾ ਰਹੇ ਸੀ ਬਾਜ਼ਾਰ ਘੁੰਮ ਰਹੇ ਸੀਗੇ ਅਤੇ ਨਾ ਇੱਕ ਮਤਲਬ ਇੰਨੀਆਂ ਸੋਹਣੀਆਂ ਜੁੱਤੀਆਂ ਲੱਗੀਆਂ ਪਈਆਂ ਸੀ ਨਾ, ਮੇਰਾ ਤਾਂ ਦਿਲ ਐਵੇਂ ਕਰ ਰਿਹਾ ਸੀ ਸਾਰੀਆਂ ਜੁੱਤੀਆਂ ਲੈ ਕੇ ਭੱਜ ਜਾਵਾਂ ਮੈਂ ਘਰ ਨੂੰ, ਬਟ ਐਵੇਂ ਤਾਂ ਨਹੀਂ ਹੋ ਸਕਦਾ। ਸੋ ਫਿਰ ਆਪਾਂ ਤੁਰ ਪਏ ਅਤੇ ਫਿਰ ਆਪਾਂ ਨਾ ਪਹੁੰਚ ਗਏ ਆਪਣੇ ਜਲ੍ਹਿਆਂਵਾਲੇ ਬਾਗ ਦੇ ਵਿੱਚ। ਉੱਥੇ ਪਹੁੰਚੇ ਐਂਡ ਫਿਰ ਆਪਾਂ ਦੇਖਿਆ, ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਆਪਣੀ ਇੱਥੇ ਸ਼ਹਾਦਤ ਦਿੱਤੀ ਸੀਗੀ। ਅਤੇ ਅਸੀਂ ਉਹ ਚੀਜ਼ਾਂ ਨਹੀਂ ਭੁੱਲ ਸਕਦੇ ਨਾ, ਜਿੱਦਾਂ ਵੀ ਆ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੇ ਇਤਿਹਾਸ ਵਿੱਚ ਉਹਨਾਂ ਨੂੰ ਨਹੀਂ ਭੁੱਲਿਆ ਜਾਂਦਾ।
ਇਹ ਸਾਰੇ ਜਣੇ ਕਹਿ ਰਹੇ ਸਾਡੀ ਇੱਕ फ़ोटो खिच दो दीदी। फिर ਅਸੀਂ फ़ोटो वगैरह खिंचाई तो ਆਪਾਂ ਨਾ ਇੱਕ ਇੱਧਰ ਲਾਈਕ ਲੈਫਟ हैंड साइड मार्केट है, आप उत्थे तुर पे। आप कभी भी ना उधर मार्केट वाल नहीं घूमे, तो फिर अज सीगा भी इरादा आप ना अज मार्केट वाल घूम लैंदे थोड़ा जिहा कि क्योंकि हले टाइम हैगा तो अज इन्ना कोई खास रश सीगा नहीं। सो सानू वधिया टाइम मिल गया सीगा। असी जो घूमे तो सानू बड़ा ही चंगा लगा बिकॉज इस साइड असी आईदा नहीं हैगा, असी सीधा दरबार साहिब जाईदा, दरबार साहिब तो बाद मत्था टेक के फिर चल जाईदा है। ईयररिंग्स बेच रहा सी कोई इत्थे भाजी, तो फिर बड़ी सोहने लग रही सी मैनू, मैं एक दो लए भी। तो फिर असी गांह निकल गए, इन्नियां सोहणियां सोहणियां मतलब फुलकारियां पईयां सी, सूट पे सी, मतलब एक अगर कुड़ी तो पुछो ना तो उहदे लई आ चीज़ां बहुत ज़्यादा मतलब सोहणियां सोहणियां चीज़ां लगदियां। इत्थे भी नाल लग रहे आ। असी जा रहे सीगे थोड़ा जिहा होर अगे तक गए सीगे, जुत्तियां वगैरह देखियां, मैं एक अद्धी जुत्ती भी लई सीगी। तो फिर आप गए तो मतलब मार्केट अच्छी लगी हुंदी आ, सारिਆਂ ਦਾ ਕੰਮ ਚੱਲਣਾ ਚਾਹੀਦਾ है। तो फिर एक आप मैं इत्थे देखिया मस्जिद, जो मैं पहला कदी नहीं देखिया सीगा। ਜਦੋਂ भी हरमंदर साहिब जाईदा असीं सीधा तुहानूं दस्सिया जिवें असीं हरमंदर साहिब अंदर मत्था टेकीदा है, फिर उस तो बाद अकाल तख्त ते फिर वापस आ जाईदा आ लंगर छक के। बट फिर आपां सीगा इत्थे डैडी कह रहे सीगे कि है ना साडे ना जिद्दां आपां जदों आउण लगे उदों बैग दी ना जिप टुट गई सी, जिहड़े बैग दे विच आपां कपड़े वगैरह रखे सी ना इशनान करन तो बाद जिहड़े पाउणे सीगे। सो ਉਹ ਕੀ ਚੱਕਰ ਪੈ ਗਿਆ ਨਾ, जिप टुट गई। ਅਸੀਂ सारे उधरले पासे ਲੱਭਿਆ कि नहीं, सानू जिप वाला बंदा नहीं ਲੱਭਿਆ ਜਿਹੜਾ जिप सही करता आ। फिर ਅਸੀਂ ਸਾਰੇ ਪਾਸੇ ਪੁੱਛਦੇ ਪਏ ਸੀਗੇ ਤੇ ਕੋਈ ਖਾਸ ਲੱਭਿਆ ਨਹੀਂ ਸਾਨੂੰ। ਆਪਾਂ ਕਰਦੇ ਕਰਾਉਂਦੇ ਫਿਰ ਸੋਚਿਆ ਕਿ ਚਲੋ ਕੋਈ ਨਹੀਂ, ਚੱਲ ਹੀ ਜਾਂਦਾ ਆ ਕੰਮ, ਤੁਰਦੇ ਇੱਦਾਂ ਹੀ। ਫਿਰ ਆਪਾਂ ਤੁਰ ਪਏ ਤੇ ਅਸੀਂ ਫਿਰ ਠੰਡੀ ਠੰਡੀ ਲੱਸੀ ਪੀਤੀ। ਉਹਦੇ ਵਿੱਚ ਆਪਾਂ ਕਿਹਾ ਵੀ ਤੁਸੀਂ ਪਾ ਦਿਓ ਮੱਖਣ, ਮਲਾਈ, ਸਭ ਕੁਛ, ਬਿਕੋਜ਼ ਆਪਾਂ ਜਦੋਂ ਵੀ ਆਪਾਂ ਅੰਮ੍ਰਿਤਸਰ ਆਈਦਾ ਉਹਦੀ ਅਸੀਂ ਲੱਸੀ ਜ਼ਰੂਰ ਪੀਦੀ ਹੈ। ਅੰਮ੍ਰਿਤਸਰ ਦੀ ਲੱਸੀ ਬੜੀ ਹੀ ਸਵਾਦ ਹੁੰਦੀ ਹੈ, ਜਦੋਂ ਵੀ ਤੁਸੀਂ ਜਾਓ ਨਾ ਟਰਾਈ ਜ਼ਰੂਰ ਕਰਿਆ ਕਰੋ, ਸੱਚੀ ਬਹੁਤ ਵਧੀਆ ਲੱਗਦਾ ਆ। ਫਿਰ ਅਸੀਂ ਫਾਈਨਲੀ ਦਰਸ਼ਨ ਵਾਸਤੇ ਨਿਕਲ ਪਏ ਅਤੇ ਜਦੋਂ ਆਪਾਂ ਹਾਲੇ ਜਾ ਹੀ ਰਹੇ ਸੀ ਅਤੇ ਸੋਹਣਾ ਸੋਹਣਾ ਕੀਰਤਨ ਕੰਨਾਂ ਵਿੱਚ ਪੈ ਰਿਹਾ ਸੀ। ਉਹ ਜਿਹੜੀ ਇੱਕ ਜਿੱਦਾਂ ਕਹਿੰਦੇ ਨਾ ਇੱਕ ਫੀਲ ਹੁੰਦਾ ਆ, ਜਿੱਦਾਂ ਆਪਾਂ ਆਪਣੇ ਘਰ ਹੀ ਆਏ, ਆਪਾਂ ਗੁਰੂ ਦੇ ਘਰ ਆਏ, ਆਪਾਂ ਗੁਰੂ ਦੇ ਗੋਦ ਵਿੱਚ ਆਏ ਹਾਂ। ਬਹੁਤ ਵਧੀਆ ਲੱਗ ਰਿਹਾ ਸੀਗਾ। ਜੋੜੇ ਜਮ੍ਹਾਂ ਕਰਵਾਏ, ਉਸ ਤੋਂ ਬਾਅਦ ਫਿਰ ਆਪਾਂ ਨਿਕਲ ਪਏ ਦਰਸ਼ਨ ਵਾਸਤੇ। ਦਰਸ਼ਨ ਤੋਂ ਪਹਿਲਾਂ ਆਪਾਂ ਹੱਥ ਪੈਰ ਧੋਤੇ। ਫਿਰ ਉਸ ਤੋਂ ਬਾਅਦ ਤੁਹਾਨੂੰ ਨਾ ਗਾਈਜ਼ ਪਤਾ ਕੀ ਆ, ਜਿੱਦਾਂ ਅੱਜ ਕੱਲ੍ਹ ਨਾ ਸਟ੍ਰਿਕਨੈਸ ਬਹੁਤ ਜ਼ਿਆਦਾ ਵੱਧ ਗਈ ਆ। ਜਿਵੇਂ ਬੇਅਦਬੀਆਂ ਹੁੰਦੀਆਂ ਆ ਗੁਰੂ ਘਰ ਜਾ ਕੇ, ਜਿੱਦਾਂ ਵੀ ਇੱਥੇ ਸਾਡੇ ਸਾਹਮਣੇ ਵੀ ਇੱਕ ਬੇਅਦਬੀ ਹੋਈ ਕਿ ਨਾ ਕੋਈ ਬੰਦਾ ਸੀਗਾ, ਉਹ ਨਾ ਤੰਬਾਕੂ ਲੈ ਕੇ ਆਇਆ ਸੀ। ਮਤਲਬ ਲੱਖ ਵਾਰੀ ਕਹਿਣ ਤੋਂ ਬਾਵਜੂਦ, ਸਮਝਾਉਣ ਤੋਂ ਬਾਵਜੂਦ ਲੋਕ ਇੱਦਾਂ ਦੀਆਂ ਚੀਜ਼ਾਂ, ਉਹ ਵੀ ਧਾਰਮਿਕ ਸਥਾਨ 'ਤੇ ਲੈ ਕੇ ਆਉਂਦੇ, ਤਾਂ ਫਿਰ ਉਹ ਚੀਜ਼ ਚੰਗੀ ਨਹੀਂ ਲੱਗਦੀ ਹੈਗੀ। ਅਤੇ ਫਿਰ ਅਸੀਂ ਬੈਗ ਬੂਗ ਵਗੈਰਾ ਚੈੱਕ ਕਰਵਾਇਆ ਆਪਣਾ ਵੀ। ਦੇਖ ਲਓ ਭਾਵੇਂ ਸਿੱਖ ਹੋਵੇ ਭਾਵੇਂ ਜਿਹੜਾ ਮਰਜ਼ੀ ਬੰਦਾ ਹੈਗਾ, ਅੱਜ ਕੱਲ੍ਹ ਸਾਰਿਆਂ ਦੀ ਚੈਕਿੰਗ ਹੁੰਦੀ ਆ। ਅਤੇ ਅਗਰ ਜੇ ਕੁਛ ਇੱਦਾਂ ਦਾ ਨਿਕਲੇ ਤਾਂ ਫਿਰ ਅਗਲੇ ਮਤਲਬ ਐਕਸ਼ਨਸ ਲੈਂਦੇ ਆ ਹੁਣ। ਸੋ ਇਹ ਰਿਕੁਐਸਟ ਆ ਮੇਰੀ, ਜੋ ਅੱਵਲ ਤਾਂ ਲੋਕਾਂ ਨੂੰ ਇੱਦਾਂ ਦੀਆਂ ਚੀਜ਼ਾਂ ਖਾਣੀਆਂ ਹੀ ਨਹੀਂ ਚਾਹੀਦੀਆਂ, ਬਟ ਅਗਰ ਜੇ ਕੋਈ ਬੰਦਾ ਖਾਂਦਾ ਆ ਤਾਂ ਤੁਸੀਂ ਇਹ ਚੀਜ਼ ਯਾਦ ਰੱਖੋ ਜ਼ਰੂਰ ਕਿ ਜਿਹੜੀ ਥਾਂ 'ਤੇ ਤੁਸੀਂ ਚੱਲੇ ਆ ਉੱਥੇ ਬਹੁਤ ਸਾਰੀਆਂ ਕੁਰਬਾਨੀਆਂ, ਸ਼ਹੀਦੀਆਂ ਹੋਈਆਂ ਆ, ਫਿਰ ਜਾ ਕੇ ਅੱਜ ਸਾਡੇ ਕੋਲ ਇਹ ਦਾਤ ਮਿਲੀ ਆ। ਤਾਂ ਫਿਰ ਉਸ ਮਰਿਆਦਾ ਵਿੱਚ ਰਹਿ ਕੇ ਹੀ ਬੰਦਾ ਹਰੇਕ ਚੀਜ਼ ਕਰੇ ਤਾਂ ਚੰਗਾ ਲੱਗਦਾ ਨਾ। ਤਾਂ ਫਿਰ ਅਸੀਂ ਦੇਖਿਆ ਲਾਈਕ ਲਾਈਨ ਤਾਂ ਕਾਫੀ ਲੰਬੀ ਲੱਗੀ ਹੋਈ ਸੀਗੀ ਅਤੇ ਸਾਨੂੰ ਸੀਗਾ ਕਿ ਪਤਾ ਨਹੀਂ ਦਰਸ਼ਨ ਦਾ ਕਿੰਨਾ ਕੁ ਟਾਈਮ ਲੱਗ ਜਾਣਾ ਨਾ, ਬਿਕੋਜ਼ ਆਪਾਂ ਬਹੁਤ ਲੇਟ ਹੋ ਗਏ ਸੀਗੇ। ਆਪਾਂ ਜਿੱਦਾਂ ਥੱਲੇ ਉਤਰੇ ਅਤੇ ਮਤਲਬ ਇੱਕ ਅੱਖਾਂ ਨੂੰ ਇੰਨਾ ਕੁ ਜ਼ਿਆਦਾ ਸਕੂਨ ਮਿਲਿਆ ਜਦੋਂ ਆਪਾਂ ਗੁਰੂ ਰਾਮਦਾਸ ਜੀ ਦੇ ਦਰਬਾਰ 'ਤੇ ਜਾਈਦਾ ਆ। ਅਤੇ ਬਸ ਇੱਕ ਅਲੱਗ ਜਿਹਾ ਸਕੂਨ ਮਿਲਦਾ, ਜਿੱਦਾਂ ਬਸ ਵਾਹਿਗੁਰੂ ਜੀ ਨੇ ਸਾਨੂੰ ਬੁਲਾਇਆ ਆ ਅੱਜ ਅਤੇ ਅਸੀਂ ਬਹੁਤ ਭਾਗਾਂ ਵਾਲੇ ਹਾਂ, ਇੱਦਾਂ ਹੀ ਫੀਲ ਹੁੰਦਾ ਆ। ਬਿਕੋਜ਼ ਬਿਨਾਂ ਭਾਗਾਂ ਦੇ, ਬਿਨਾਂ ਕਰਮਾਂ ਦੇ ਇਸ ਦਰਬਾਰ 'ਤੇ ਆਉਣਾ ਇੰਪੋਸੀਬਲ ਆ। ਮੈਂ ਲਾਈਨ 'ਤੇ ਵੀਡੀਓ ਨਹੀਂ ਬਣਾ ਪਾਈ, ਇੱਥੋਂ ਥੋੜ੍ਹਾ ਜਿਹਾ ਬਣਾਈ ਸੀ ਦਰਬਾਰ ਦੇ ਅੰਦਰ, ਮਹਾਰਾਜ ਦਾ ਸਰੂਪ ਸੀਗਾ ਰੱਖਿਆ ਸੋਹਣਾ। ਅਤੇ ਫਿਰ ਲਾਈਨ 'ਚ ਸਾਨੂੰ ਮਨਾ ਕਰ ਦਿੰਦੇ, ਕਹਿੰਦੇ ਵੀਡੀਓ ਨਹੀਂ ਬਣਾਉਣੀ ਹੈਗੀ। ਅਤੇ ਹੁਣ ਵੈਸੇ ਵੀ ਫਿਰ ਉਸ ਤੋਂ ਬਾਅਦ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜਾ ਕੇ ਦਰਸ਼ਨ ਕੀਤੇ। ਅਤੇ ਦਰਸ਼ਨ ਕਰਨ ਤੋਂ ਬਾਅਦ
ਅਸੀਂ ਫਿਰ ਚੱਲ ਗਏ ਮਤਲਬ ਲੰਗਰ ਛਕਣ ਵਾਸਤੇ। ਅਤੇ ਆਪਾਂ ਦੇਖਿਆ ਜਦੋਂ ਅਸੀਂ ਬਾਹਰ ਨਿਕਲੇ ਉਦੋਂ ਅਸੀਂ ਦੇਖਿਆ ਕਿ ਨਾ ਮਤਲਬ ਹਨੇਰਾ ਜਿਹਾ ਹੋ ਗਿਆ ਸੀ। ਮੌਸਮ ਵੀ ਇੰਨਾ ਸੋਹਣਾ ਸੀਗਾ ਨਾ, ਮਤਲਬ ਥੋੜ੍ਹਾ ਥੋੜ੍ਹਾ ਬੱਦਲ ਜਿਹਾ ਸੀਗਾ, ਮੀਂਹ ਵੀ ਪਿਆ ਸੀਗਾ ਥੋੜ੍ਹਾ ਥੋੜ੍ਹਾ। ਤਾਂ ਇਹ ਹੈਗੀ ਆ ਬੇਰੀ ਸਾਹਿਬ, ਜਿੱਥੇ ਸਾਰੇ ਦੁੱਖ ਦੂਰ ਹੁੰਦੇ ਨੇ। ਤਾਂ ਫਿਰ ਅਸੀਂ ਲੰਗਰ ਛਕਣ ਵਾਸਤੇ ਤੁਰ ਪਏ, ਬਿਕੋਜ਼ ਹੁਣ ਆਪਾਂ ਸਵੇਰ ਦਾ ਕੁਛ ਖਾਧਾ ਨਹੀਂ ਸੀਗਾ ਖਾਸ। ਅਤੇ ਫਿਰ ਅਸੀਂ ਲੰਗਰ ਛਕਣ ਵਾਸਤੇ ਗਏ ਅਤੇ ਅਸੀਂ ਗੁਰੂ ਮਹਾਰਾਜ ਦਾ ਲੰਗਰ ਛਕਿਆ। ਅਤੇ ਲੰਗਰ ਛਕਣ ਤੋਂ ਬਾਅਦ ਅਸੀਂ ਬਾਹਰ ਆਏ, ਬਾਬਾ ਅਟੱਲ ਜੀ ਦੇ ਦਰਬਾਰ ਵਿੱਚ ਆ ਗਏ। ਅਤੇ ਇੱਥੇ ਕਹਿੰਦੇ ਆ, ਮਾਨਿਅਤਾ ਆ ਇਵੇਂ ਜੀ ਕਿ ਜਿਹੜਾ ਵੀ ਬੰਦਾ ਹਰਿਮੰਦਰ ਸਾਹਿਬ ਦਰਸ਼ਨ ਕਰਦਾ ਆ, ਉਹਨਾਂ ਦਾ ਦਰਸ਼ਨ ਉਦੋਂ ਤੱਕ ਸਫਲ ਨਹੀਂ ਹੁੰਦਾ ਜਦ ਤੱਕ ਬਾਬਾ ਅਟੱਲ ਜੀ ਦੇ ਦਰਸ਼ਨ ਨਾ ਹੋਵੇ, ਹੈ ਨਾ, ਬਾਬਾ ਜੀ ਦੇ ਦਰਬਾਰ 'ਤੇ ਨਾ ਜਾਇਆ ਜਾਵੇ। ਬੜੀ ਮਾਨਿਅਤਾ ਆ ਇਸ ਜਗ੍ਹਾ ਦੀ ਵੀ। ਅਤੇ ਕਹਿੰਦੇ ਆ ਬਈ ਜੇ ਇਸ ਦਰਬਾਰ ਤੋਂ ਸੱਚੇ ਮਨੋਂ ਕੁਛ ਮੰਗਿਆ ਜਾਵੇ ਤਾਂ ਜ਼ਰੂਰ ਪੂਰਾ ਹੁੰਦਾ ਆ। ਫਿਰ ਅਸੀਂ ਦਰਬਾਰ ਸਾਹਿਬ ਤੋਂ ਹੀ ਵਾਪਸ ਆ ਕੇ ਅਤੇ ਰਾਤ ਨੂੰ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਅਸੀਂ ਨਿਕਲ ਚੱਲੇ। ਪਰ ਹੁਣ ਰਸ਼ ਬਹੁਤ ਜ਼ਿਆਦਾ ਪੈਣਾ ਸਟਾਰਟ ਹੋ ਗਿਆ ਸੀ। ਰਾਤ ਨੂੰ ਮੇਨ ਰਸ਼ ਹੁੰਦਾ ਆ ਤਾਂ ਕਿ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਸਕਣ ਸੰਗਤ, ਅਤੇ ਸਾਡੇ ਤੋਂ ਤਾਂ ਕਰ ਨਹੀਂ ਹੋਇਆ। ਫਿਰ ਆਪਾਂ ਜਦੋਂ ਪਰਮਾਤਮਾ ਦਾ ਹੁਕਮ ਹੋਊਗਾ ਉਦੋਂ ਜ਼ਰੂਰ ਕਰਾਂਗੇ। ਅਤੇ ਅਸੀਂ ਵਾਪਸੀ ਵੱਲ ਨਿਕਲ ਪਏ ਅਤੇ ਅਸੀਂ ਕਾਫੀ ਥੋੜ੍ਹਾ ਜਿੱਦਾਂ ਮਤਲਬ ਹੁਣ ਸਵੇਰ ਦੇ ਨਿਕਲੇ ਹਾਂ ਤਾਂ ਥੋੜ੍ਹਾ ਬਹੁਤ ਥੱਕ ਗਏ ਸੀਗੇ। ਅਤੇ ਫਿਰ ਸ਼ਾਮ ਹੋ ਗਈ ਸੀਗੀ ਅਤੇ ਆਪਾਂ ਫਿਰ ਬਾਹਰ ਗਏ ਅਤੇ ਅਸੀਂ ਪੀਤੀ ਚਾਹ ਕਾ ਚੁਸਕਾ। ਫਿਰ ਕਿਉਂਕਿ ਚਾਹ ਤਾਂ ਮੈਂਡੇਟਰੀ ਹੈ ਨਾ ਗਾਈਜ਼, ਤਾਂ ਚਾਹ ਦੇ ਬਿਨਾਂ ਤਾਂ ਸਵਾਦ ਹੀ ਨਹੀਂ ਆਉਂਦਾ। ਫਿਰ ਥੋੜ੍ਹੇ ਬਹੁਤ ਹਲਕੇ ਫੁਲਕੇ ਸਨੈਕਸ ਲਏ ਸੀਗੇ ਅਤੇ ਆਪਾਂ ਨਿਕਲ ਪਏ ਘਰ ਨੂੰ। ਫਿਰ ਬਾਰਿਸ਼ ਥੋੜ੍ਹੀ ਤੇਜ਼ ਹੋ ਗਈ ਸੀਗੀ, ਤਾਂ ਫਿਰ ਜਦੋਂ ਆਪਾਂ ਘਰ ਨੂੰ ਪਹੁੰਚੇ ਤਾਂ ਬੜਾ ਹੀ ਚੰਗਾ ਲੱਗਾ ਕਿ ਚਲੋ ਆਪਾਂ ਨਾ ਵਧੀਆ ਦਰਸ਼ਨ ਕੀਤੇ। ਅਸੀਂ ਦਰਸ਼ਨ ਵੀ 1 ਘੰਟੇ ਦੇ ਵਿੱਚ ਹੀ ਕਰ ਲਏ ਸੀਗੇ। ਵਾਪਸ ਜਾਣ ਦਾ ਦਿਲ ਤਾਂ ਨਹੀਂ ਕਰਦਾ ਹੁੰਦਾ ਜਦੋਂ ਵੀ ਅਸੀਂ ਗੁਰੂ ਘਰ ਜਾਈਦਾ ਆ, ਜਦੋਂ ਹਰਿਮੰਦਰ ਸਾਹਿਬ ਜਾਈਦਾ ਸਪੈਸ਼ਲੀ, ਪਰ ਜਾਣਾ ਤਾਂ ਪੈਂਦਾ ਹੀ ਆ। ਫਿਰ ਮੰਮਾ ਇੰਜੋਏ ਕਰ ਰਹੇ ਸੀ। ਮੰਮਾ ਕਹਿੰਦੇ ਚਲੋ ਬੇਟਾ ਖਾਓ ਔਰ ਐਸ਼ ਕਰੋ। ਮੰਮਾ ਦਾ ਸਿਰ ਬੜਾ ਦੁਖਣ ਲੱਗ ਪਿਆ ਸੀ ਤਾਂ ਮੰਮਾ ਨੇ ਬੰਨ੍ਹ ਲਿਆ ਸੀ। ਓਕੇ ਗਾਈਜ਼, ਚਲੋ ਤੁਹਾਨੂੰ ਮਿਲਦੀ ਹਾਂ ਨੈਕਸਟ ਵਲੋਗ ਦੇ ਵਿੱਚ। ਟਿਲ ਦੈਨ ਲਾਈਕ, ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ।